ਤੁਹਾਡਾ ਜਿਹੜਾ ਨਾ ਸ਼ੈਡ ਦਾ ਪਲਾਨ ਇਹ ਹੈ ਕਿ ਤੁਸੀਂ ਇਹਦੇ ਚ ਬੇਸਿਕਲੀ ਤੁਹਾਡੀਆਂ ਛੱਤਾਂ ਸਮਝ ਲਓ 2 ਹੀ ਹੋ ਗਈਆਂ, ਦਰਮਿਆਨ ਚ ਤੇ ਤੁਸੀਂ ਜਿਹੜਾ ਨਾ ਕਨੋਪੀ ਦੇ ਦਿਓ। ਜੀ ਇਹ ਨਜ਼ਰ ਆ ਗਿਆ। ਇੱਥੋਂ 30 ਫੁੱਟ ਚੁੱਕੋਗੇ, ਉੱਥੇ ਲਿਆ ਕੇ ਤੁਸੀਂ 12 ਫੁੱਟ ਤੇ ਜੀ 12 ਫੁੱਟ ਤੇ ਫਿਨਿਸ਼ਿੰਗ ਦਿਓਗੇ ਜੀ। ਠੀਕ ਹੋ ਗਿਆ। ਸਿੰਗਲ ਛਾਤੀ ਆਏਗੀ। ਐਂਡ ਤੱਕਰ ਤੁਹਾਡੇ ਕਿਊਬਿਕਲ ਜਿਹੜੇ ਵਿੱਚ ਲੱਗਣਗੇ ਗਾਵਾਂ ਦੇ ਬੈਠਣ ਵਾਸਤੇ, ਉਹ ਵੀ ਵਿੱਚ ਨਰਮ ਜਗ੍ਹਾ ਆ ਗਈ। ਹਾਂ ਜੀ, ਬਾਕੀ ਫੀਡਿੰਗ ਏਰੀਆ ਵੀ ਆ ਜਾਏਗਾ। ਫੀਡਿੰਗ ਏਰੀਆ ਵੀ ਆ ਗਿਆ ਤੇ ਐਂਡ ਤੇ ਵੀ ਆ ਗਿਆ। ਅੱਛਾ, ਇਹ ਤੁਹਾਡੇ ਇਹਨੂੰ ਗਾਰਡਰ ਕਹਿੰਦੇ ਨੇ ਜੀ। ਇਹ ਕੋਈ ਸਪੈਸ਼ਲ ਗਾਰਡਰ ਨੇ ਜਾਂ ਆਮ ਗਾਰਡਰ ਨੇ ਜੀ? ਇਹ ਫਾਰਮ ਵਾਲੇ ਗਾਰਡਰ ਨੇ, ਆਮ ਲੋਕਲ ਗਾਰਡਰ ਨਹੀਂ ਹੈ। ਠੀਕ ਹੈ। ਇਹਦੇ ਕੀ ਰੇਟ ਸ਼ੇਡ ਨੇ ਗਾਰਡਰਾਂ ਦੇ? ਇਹ ਸਰ ਰੇਟ ਮੁxtਲਿਫ ਅਸਾਂ ਤੇ ਜਿਹੜਾ ਨਾ ਵੈਸੇ ਆਲਰੇਡੀ ਮਤਲਬ ਅਗਰ ਤੁਸੀਂ ਠੇਕਾ ਦਿੰਦੇ ਹੋ ਨਾ, ਉਹਦਾ ਹੁਣ ਚੱਲ ਰਿਹਾ ਸਕੁਅਰ ਫੁੱਟ ਦਾ 750 ਰੁਪਇਆ। ਠੀਕ ਹੈ। ਮਤਲਬ ਮੁਕੰਮਲ ਜਿਹੜਾ ਛੱਤ ਦਾ ਸਮਾਨ, ਖਾਲੀ ਛੱਤ ਦਾ ਫਰਸ਼ ਜਿਹੜਾ ਤੁਹਾਡੇ ਜ਼ਿੰਮੇ? ਫਰਸ਼ ਅਲੱਗਾ ਹੈ ਜਾਂ ਬਾਕੀ ਮਤਲਬ ਜਿਹੜੀ ਗ੍ਰਿਲਿੰਗ ਲੱਗਣੀ ਹੈ ਉਹ ਅਲੱਗਾ ਹੈ। ਲੇਕਿਨ ਅਸਾਂ ਖੁਦ ਮਤਲਬ ਲਾਹੌਰ ਤੋਂ ਕਰਕੇ ਖਰੀਦ ਕੇ ਤੇ ਉਥੇ ਯਾਨੀ ਕਿ ਮਜ਼ਦੂਰੀ ਦੇ ਕੇ ਤੇ ਅਸੀਂ ਉਹਦੇ ਉੱਤੇ ਕੰਮ ਤਿਆਰ ਕਰਵਾਇਆ ਜੀ, ਤਿਆਰ ਕਰਵਾ ਰਹੇ। ਠੀਕ ਹੋ ਗਿਆ। ਤੇ ਇਹ ਤੁਹਾਨੂੰ ਕਿਸ ਉਹਦੇ ਵਿੱਚ ਇਹ ਬੈਨੀਫਿਟ ਹੋਵੇਗਾ ਕਿ ਅਗਰ ਬੇਸ਼ੱਕ 7.5 ਉੱਤੇ ਹੀ ਜਾਏਗਾ ਨਾ, ਲੇਕਿਨ ਸਾਡਾ ਜਿਹੜਾ ਮਟੀਰੀਅਲ ਹੈ ਉਹ ਵਜ਼ਨੀ ਲੱਗੇਗਾ। ਮਤਲਬ ਚੁੱਕੇ ਇਹ ਚੀਜ਼ਾਂ ਬਾਰ-ਬਾਰ ਨਹੀਂ ਬਣ ਸਕਦੀਆਂ। ਬਾਰ-ਬਾਰ ਨਹੀਂ ਬਣ। ਅੱਛਾ ਮੁਮਤਾਜ਼ ਭਾਈ, ਇਹ ਦੱਸੋ ਕਿ ਜਿਹੜੀ ਛੱਤ ਉੱਪਰ ਪਾਣ ਜਾ ਰਹੇ ਹੋ ਉਹ ਕਿਹੜੀ ਚੀਜ਼ ਦੀ ਪਾਣ ਜਾ ਰਹੇ ਹੋ? ਚੁੱਕੇ ਛੱਤਾਂ 2-3 ਕਿਸਮ ਦੀਆਂ ਅੱਜ ਕੱਲ ਚੱਲ ਰਹੀਆਂ ਨੇ, ਉਹਨਾਂ ਦੇ ਵਿੱਚ ਛੱਤ ਦੇ ਵਾਲੇ ਨਾਲ ਥੋੜਾ ਜਿਹਾ ਇਲਮ ਦਿਓ। ਸਰ ਅਸਾਂ 2-3 ਜਗ੍ਹਾ ਤੋਂ ਰੇਟ ਲੈ ਰਹੇ ਮੁxtਲਿਫ। ਤੇ ਉਹਦੇ ਵਿੱਚ ਜਿਹੜਾ ਨਾ ਜਿਹੜੀ ਲੋਹੇ ਦੀ ਛੱਤ ਹੈ ਨਾ, ਉਹ ਮਤਲਬ ਹੈ ਕਿ ਇੱਕ ਤੇ ਹੀਟ ਵਿੱਚ ਪ੍ਰੋਬਲਮ ਹੁੰਦੀ ਹੈ ਗਰਮੀ ਦੇ ਵਿੱਚ। ਠੀਕ ਹੈ। ਤੇ ਉਸ ਤੋਂ ਅੱਗੇ ਜਾ ਕੇ ਤੇ ਅਸੀਂ ਗਏ ਆ ਗੋਂਦਲ, ਆਪਣਾ ਗੋਂਦਲ ਇੰਪਰੂਵ ਵਾਲੇ ਨੇ ਇੱਥੇ ਗੁਜਰਾਤ ਦੇ ਵਿੱਚ। ਠੀਕ ਹੈ। ਉਹ ਪਲਾਸਟਿਕ ਵਿੱਚ ਸ਼ੈਡ ਬਣਾਉਂਦਾ, ਮਤਲਬ ਛੱਤ ਬਣਾਉਂਦੇ ਨੇ ਸ਼ੀਟ, ਤੇ ਉਹਦੇ ਵਿੱਚ ਵੀ ਇੱਕ ਸਿੰਗਲ ਸ਼ੀਟ ਹੈ, ਇੱਕ ਜਿਹੜੀ ਉਹ ਡਬਲ ਸ਼ੀਟ ਹੈ। ਠੀਕ ਹੈ। ਡਬਲ ਦੇ ਵਿੱਚ ਥੋੜਾ ਜਿਹਾ ਮਤਲਬ ਗਾਇਬ ਹੈ, ਹੀਟ ਪ੍ਰੂਫ ਹੈ ਤਾਂ ਕਿ ਉਹਦੇ ਵਿੱਚੋਂ ਹਵਾ ਜਿਹੜੀ ਹੈ ਨਾ ਉਹ ਮਤਲਬ ਕ੍ਰਾਸ ਹੁੰਦੀ ਜਾਂਦੀ ਹੈ ਛੱਤ ਦੇ ਉੱਪਰ ਹੀ। ਠੀਕ ਹੈ। ਤੇ ਇਸ ਤਰ੍ਹਾਂ ਫਿਰ ਅਸਾਂ ਤੇ ਉਹ ਹੀ ਮਤਲਬ ਬੈਸਟ ਸਮਝੀ ਹੈ। ਠੀਕ ਹੈ। ਉਹ ਲੋਹੇ ਦੀ ਹੈ ਜਾਂ ਪਲਾਸਟਿਕ ਦੇ ਵਿੱਚ ਜੀ? ਠੀਕ ਹੈ। ਅੱਜ ਕੱਲ ਵੈਸੇ ਛੱਤਾਂ ਜਿਹੜੀਆਂ ਨੇ ਹੁਣ ਗ੍ਰੀਨ ਅਰਥ ਵਾਲੇ ਵੀ ਬਣਾ ਰਹੇ ਨੇ, ਲਾਹੌਰ ਦੇ ਵਿੱਚ ਬੈਠੇ ਨੇ ਜੀ। ਉਹਨਾਂ ਕੋਲੋਂ ਰਿਫਲੈਕਟਡ ਸ਼ੀਟ ਮਿਲ ਜਾਂਦੀ ਹੈ ਜੀ। ਉਹਦਾ ਸਾਈਜ਼ ਪਮਾਇਸ਼ ਜਿਹੜੀ ਤੁਸੀਂ ਸ਼ੀਟ ਖਰੀਦ ਕੀਤੀ ਹੈ, ਉਹਦਾ ਸਾਈਜ਼ ਪਮਾਇਸ਼ ਕੀ ਰੇਟ ਮਿਲੀ? ਉਹਦਾ ਤਕਰੀਬਨ ਜਿਹੜਾ ਨਾ ਉਹ 275 ਰੁਪਏ ਸਕੁਅਰ ਫੁੱਟ ਮਿਲਿਆ। 275 ਰੁਪਏ ਸਕੁਅਰ ਫੁੱਟ। ਤੇ ਉਹਦਾ ਪਮਾਇਸ਼ ਕਿੰਨੀ ਹੈ ਟੋਟਲ? ਪਮਾਇਸ਼ ਜਿਹੜੀ ਅਸਾਂ ਮਤਲਬ ਉਹਨਾਂ ਨੇ ਦਿੱਤੀ ਹੈ, ਉਹਨਾਂ ਉਸ ਹਿਸਾਬ ਨਾਲ ਉਸ ਹਿਸਾਬ ਨਾਲ ਪਮਾਇਸ਼ ਬਣਾ ਕਟਾਈ ਕਰਨਗੇ। ਕਿਹੜੀ ਜਗ੍ਹਾ ਤੇ ਨੇ ਉਹ ਬੈਠੇ ਹੋਏ? ਗੁਜਰਾਤ ਦੇ ਵਿੱਚ। ਗੁਜਰਾਤ। ਅਕਸਰ ਮੈਂ ਫਾਰਮਰ ਦੇ ਕੋਲ ਨਾ ਵਿਜ਼ਿਟ ਕਰਦਾ ਤੇ ਫਾਰਮ ਦੇ ਉੱਤੇ ਜਾਨਵਰ ਦੇਖਦਾ ਬੜੇ ਕਮਜ਼ੋਰ ਹੈ। ਫਾਰਮਰ ਸਾਨੂੰ ਕਹਿੰਦਾ ਹੈ ਜੀ ਦੁੱਧ ਦੇਣ ਵਾਲੀ ਲਿਆਰੀ ਜਿਹੜੀ ਹੈ ਮੋਟੀ ਨਹੀਂ ਹੋ ਸਕਦੀ। ਇਹ ਮੱਝਾਂ ਸਾਹਮਣੇ ਖੜੀਆਂ ਨੇ, ਫਰੈਸ਼ ਨੇ ਸਾਰੀਆਂ। ਇਹ ਵੀ ਭਾਈ ਉਹਨਾਂ ਦੇ ਕੋਲ ਫਾਰਮ ਤੇ ਖੜੀਆਂ ਨੇ। ਇਹਨਾਂ ਦੇ ਹਵਾਲੇ ਨਾਲ ਤੁਹਾਡੇ ਕੋਲ ਨਾ ਮਾਸ਼ਾਅੱਲਾ ਗਾਵਾਂ ਵੀ ਅਗਰ 30-40 ਲੀਟਰ ਦੁੱਧ ਪੈਦਾ ਕਰ ਰਹੀਆਂ ਨੇ, ਸਿਹਤ ਚ ਮਾਸ਼ਾਅੱਲਾ ਬਹੁਤ ਅੱਛੀਆਂ ਨੇ। ਮੱਝਾਂ ਵੀ ਤੁਹਾਡੀਆਂ ਬਿਲਕੁਲ ਫਰੈਸ਼ ਨੇ, ਮੇਰਾ ਖਿਆਲ 4-4 5-5 ਮਹੀਨੇ ਦੀਆਂ ਸੂਈਆਂ ਨੇ। ਮੱਝਾਂ ਦੇ ਉੱਤੇ ਵਜ਼ਨ ਵੀ ਆਮ ਫਾਰਮਰ ਦੀਆਂ ਮੱਝਾਂ ਨਾਲੋਂ ਡਬਲ ਹੈ ਜੀ। ਇਹ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੋਈ ਸੀਨ ਨਹੀਂ ਹੁੰਦਾ ਕਿ ਜਾਨਵਰ ਦੁੱਧ ਦੇਣ ਵਾਲਾ ਕਮਜ਼ੋਰ ਹੋ ਗਿਆ ਹੈ? ਤੁਹਾਡੇ ਜਾਨਵਰ ਮਾਸ਼ਾਅੱਲਾ ਸਾਰੇ ਸਿਹਤਮੰਦ ਨੇ ਸਰ। ਮਾਸ਼ਾਅੱਲਾ ਇਹਨਾਂ ਦੀ ਉਹੀ ਚੀਜ਼ ਆ ਜਾਂਦੀ ਹੈ ਕਿ ਜਦੋਂ ਤੁਸੀਂ ਵੰਡਾ ਜਾਂ ਫੀਡਿੰਗ ਠੀਕ ਰੱਖੋਗੇ ਤਾਂ ਫਿਰ ਆਟੋਮੈਟਿਕ ਦੁੱਧ ਵੀ ਦੇਣਗੇ, ਨਾਲ ਹੀ ਇਹਨਾਂ ਦੀ ਸਿਹਤ ਵੀ ਠੀਕ ਰਹੇਗੀ। ਔਰ ਇਹੀ ਚੀਜ਼ ਫਾਰਮਰ ਨਾਲ ਮੇਰੀ ਡਿਸਕਸ਼ਨ ਹੁੰਦੀ ਹੈ ਕਿ ਤੁਹਾਡੇ ਕੋਲ ਖੁਰਾਕ ਦੀ ਕਮੀ ਹੈਗੀ ਹੈ। ਤੁਹਾਡਾ ਚੁੱਕ 70% ਬਲਕਿ 90% ਤੁਸੀਂ ਸਬਜ਼ ਚਾਰੇ ਤੇ ਫੋਕਸ ਕਰਦੇ ਹੋ। ਸਬਜ਼ ਚਾਰਾ ਤੇ ਸਾਨੂੰ ਤਕਰੀਬਨ 6-7 ਸਾਲ ਹੋ ਗਿਆ। ਜਦੋਂ ਤੱਕ ਉਹ ਇਸਤੇਮਾਲ ਕਰੀਦਾ ਸੀ ਨਾ, ਉਦੋਂ ਤੱਕ ਨਾ ਇਤਨਾ ਦੁੱਧ ਦਾ ਰਿਜ਼ਲਟ ਸੀ ਔਰ ਨਾ ਹੀ ਇਤਨਾ ਮਤਲਬ ਜਿਸਾਮਤ ਸੀ, ਵਜ਼ਨ ਸੀ। ਅੱਛਾ, ਇੱਕ ਚੀਜ਼ ਹੈ। ਦੂਸਰੀ ਚੀਜ਼ ਹੈ ਕਿ ਜਦੋਂ ਤੁਹਾਡੇ ਕੋਲ ਇਹ ਹੁਣ ਮੱਝ ਖੜੀ ਹੈ ਮਾਸ਼ਾਅੱਲਾ, ਇਹਨੇ 1 ਮਹੀਨੇ ਤੱਕ ਤਿਆਰ ਹੈ, ਪਰ ਇਹ ਉਹ ਮੱਝ ਖੜੀ ਹੈ, ਉਹ ਇਸ ਟਾਈਮ ਹੀ ਕੋਈ ਬੰਦਾ ਵੀ ਜਾ ਕੇ ਤੇ 2 ਟਾਈਮ ਦਾ 18 ਲੀਟਰ ਦੁੱਧ ਬੇਸ਼ੱਕ ਕੰਡੇ ਤੇ ਵਜ਼ਨ ਕਰ ਲਵੇ ਆਪਣਾ ਮਾਸ਼ਾਅੱਲਾ। ਠੀਕ ਹੈ। ਲੇਕਿਨ ਅਗਰ 18 ਲੀਟਰ ਉਹ ਦੁੱਧ ਦਿੰਦੀ ਹੈ ਤੇ ਉਹਨੂੰ ਤੁਸੀਂ ਵੰਡਾ 2 ਕਿਲੋ ਜਾਂ 3 ਕਿਲੋ ਦੇਵੋਗੇ ਤੇ ਫਿਰ ਤੇ ਉਹ 18 ਨਹੀਂ ਦੇਵੇਗੀ। ਉਹਦੀ ਹੱਡੀ ਜਾਂ ਮਤਲਬ ਉਹਦੀ ਜਿਸਾਮਤ ਜਿਹੜੀਆਂ ਜੂ ਲੂਜ਼ ਹੁੰਦੀ ਜਾਵੇਗੀ। ਅਗਰ ਉਹਦੀ ਤੁਸੀਂ ਖੁਰਾਕ ਪੂਰੀ ਕਰਦੇ ਹੋ, जितना वो दूध दे रही है उसकी खुराक पूरी करो तो उसकी जिसामत भी फिट रहेगी और माशाल्लाह वो दूध भी अपना बरकरार रखेगी। और दूसरी चीज जी है, देखो ना जानवर ने अपने जिस्म दे विचों दुध कढ़ के देना है, वो अपने जिस्म नूं कमजोर करके तुहाडे दुध दे बर्तन पूरे कर रहे हैं। हाँ जी। लेकिन तुसी ओदे नाल मतलब है कि नाइंसाफी कर रहे हो, ये गलत चीज है। अच्छा, एक और चीज, एक छोटा जिहा सवाल है, चूंकि अक्सर फार्मर जिहड़ा है ਗਾਵਾਂ ਨੂੰ ਸਾਈਲੇਜ ਪਾਉਣ ਦੇ ਹਵਾਲੇ ਨਾਲ ਤੇ ਬੜਾ ਰਾਜ਼ੀ ਰਹਿੰਦਾ ਹੈ। ਮੱਝਾਂ ਦੇ ਉੱਤੇ ਆ ਕੇ ਫਾਰਮਰ ਕਹਿੰਦਾ ਜੀ ਮੱਝ ਵਾਸਤੇ ਸਾਈਲੇਜ ਚੰਗੀ ਚੀਜ਼ ਕੋਈ ਨਹੀਂ ਹੈ। 2 ਮਸਲੇ ਆਉਂਦੇ ਜੀ, ਸਾਈਲੇਜ ਦੀ ਵਜ੍ਹਾ ਤੋਂ ਥਣ ਬੜੇ ਜ਼ਾਇਆ ਹੋ ਜਾਂਦੇ ਨੇ, ਸਾਈਲੇਜ ਦੀ ਵਜ੍ਹਾ ਤੋਂ ਜਾਨਵਰ ਜਿਹੜਾ ਨਾ ਅਗਲੇ ਸੂਏ ਗੱਭਣ ਨਹੀਂ ਹੁੰਦਾ, ਜਾਂ ਪਿਛਲੇ ਸੂਏ ਦੀ ਨਿਸਬਤ ਅਗਲੇ ਸੂਏ ਦੁੱਧ ਜ਼ਿਆਦਾ ਨਹੀਂ ਦਿੰਦਾ, ਉਹਦੇ ਨਾਲੋਂ ਘਟਾ ਜਾਂਦਾ। ਆਮ ਰੂਟੀਨ 'ਚ ਫਾਰਮਰ ਬੂਸਟਰ ਲਾਉਂਦਾ ਹੈ ਨਾ ਜਾਨਵਰ ਨੂੰ, ਉਹ ਕਹਿੰਦਾ ਜੀ ਬੂਸਟਰ ਵਾਲਾ ਜਾਨਵਰ ਅਗਲੇ ਸੂਏ ਦੁੱਧ ਨਹੀਂ ਦਿੰਦਾ। ਇਸੇ ਤਰ੍ਹਾਂ ਸਾਈਲੇਜ ਜਿਹੜਾ ਜਾਨਵਰ ਨੇ ਖਾ ਲਿਆ ਸੂਏ ਦੇ ਵਿੱਚ, ਉਹਨੇ ਅਗਲੇ ਸੂਏ ਦੁੱਧ ਕੋਈ ਨਹੀਂ ਦੇਣਾ। ਇਹਦੇ 'ਚ ਕਿੰਨੀ ਹਕੀਕਤ ਹੈ? ਸਰ ਬਿਲਕੁਲ ਗਲਤ ਹੈ।
ਕੋਈ ਇਸ ਦਿਲ 'ਚ ਹਕੀਕਤ ਨਹੀਂ ਹੈ ਸਾਡੇ ਕੋਲ ਮਾਸ਼ਾਅੱਲਾ। ਉਹ ਪਿਛਲੇ ਸੂਬੇ ਵੀ ਉਹੀ ਕਰਦੀ ਰਹੀ ਹੈ, ਪਹਿਲਣ ਸੀ ਤੇ ਉਹਨੇ 13 ਤੋਂ 14 ਪਲੱਸ ਕੀਤਾ। ਇਸ ਦਫਾ ਦੂਸਰੇ ਸੂਬੇ ਉਹ ਮਤਲਬ 1 ਸਾਲ ਦੇ ਅੰਦਰ ਅੰਦਰ ਸੂਈ ਹੈ। ਇਹ ਵੀ ਕੋਈ ਨਹੀਂ ਕਿ ਉਹ ਹੀਟ ਚੋਂ ਨਹੀਂ ਆਂਦੀ ਜਾਂ ਮਤਲਬ ਉਹ ਬਾਰ-ਬਾਰ ਰਿਪੀਟ ਹੁੰਦੀਆਂ ਨੇ। ਹੁਣ ਉਹ 18 ਕਰ ਰਹੀ ਹੈ, ਠੀਕ ਹੈ। ਤੇ ਇਸੇ ਤਰ੍ਹਾਂ ਸਾਡੇ ਕੋਲ ਤਾਂ ਮਾਸ਼ਾਅੱਲਾ ਜਿਹੜੇ ਜਾਨਵਰ ਵੀ ਹਨ ਨਾ ਬਿਲਕੁਲ रूटीन वाइज ਹੁਣ ਉਹ ਅਗਲੇ ਦਿਨ ਉਹ ਝੋਟੀ ਹੈ ਉਹ ਮਹੀਨਾ ਤਕਰੀਬਨ 1 ਮਹੀਨਾ ਉਹ ਸੌਣ ਤੋਂ ਬਾਅਦ ਉਹਨੇ ਫਿਰ ਹੀਟ ਚ ਆ ਗਈ ਹੈ ਮਾਸ਼ਾਅੱਲਾ। ਔਰ ਮਾਸ਼ਾਅੱਲਾ ਜਿਹੜਾ ਉਹ ਫਿਰ ਪ੍ਰੈਗਨੈਂਟ ਹੋ ਗਈ, ਤੀਸਰੇ ਵਾਰ ਪ੍ਰੈਗਨੈਂਟ ਹੋ ਗਈ ਹੈ। ਉਸ ਤੋਂ ਬਾਅਦ ਸਭ ਤੋਂ ਵੱਡੀ ਚੀਜ਼ ਜਿਹੜੀ ਮੇਰੀ ਨਜ਼ਰ ਚ ਆਈ ਹੈ ਨਾ, ਜਦੋਂ ਜਾਨਵਰ ਦੀ ਸਿਹਤ ਉੱਤੇ ਤੁਸੀਂ ਫੋਕਸ ਕਰੋ ਤੇ ਸਿਹਤ ਠੀਕ ਰੱਖੋਗੇ ਉਹ ਹੀਟ ਚੋਂ ਵੀ ਆਏਗਾ ਔਰ ਉਹ ਮਤਲਬ ਹੈ ਦੁੱਧ ਵੀ ਦੇਗਾ ਤੁਹਾਡਾ ਆਟੋਮੈਟਿਕ, यानी कि साल बाद और यानी कि ਅੱਗੇ ਸੁੰਦਾ ਜਾਏਗਾ। ਅੱਛਾ, ਗਾਵਾਂ 'ਚ ਤੇ ਮਿਰਚ ਮਸਾਲਾ ਤੁਸੀਂ ਨਹੀਂ ਕਰ ਰਹੇ ਜੀ, ਮੱਝਾਂ ਦੇ ਵਿੱਚ ਮਿਰਚ ਮਸਾਲਾ ਤੇ ਜ਼ਾਰੀ ਬਾਤ ਮਜਬੂਰੀ ਕਰਨਾ ਪੈਂਦਾ ਹੈ, ਕਰਦੇ ਹੋ ਨਹੀਂ ਕਰਦੇ ਜੀ? ਮੱਝਾਂ ਵਿੱਚ ਇਤਨਾ ਕਰਨੇ ਆ ਜਦੋਂ ਮੱਝ ਹੁੰਦੀ ਹੈ ਨਾ ਤਾਜ਼ੀ ਸੂਈ ਮਤਲਬ 15 ਤੋਂ 16 ਦਿਨ ਮੈਲਾ ਫੈਂਕਨੇ ਤੇ ਉਦੋਂ 2 ਕਿਲੋ ਅਲਸੀ 2 ਕਿਲੋ ਆਲੀਆ ਸਰਸੋਂ ਦਾ ਤੇਲ ਜਾਂ ਮਤਲਬ ਵਿੱਚ ਮੇਥਰੇ ਗੁਲਕੰਦ ਇਹ ਚੀਜ਼ਾਂ ਅਸੀਂ 5-6 दिन देने ताकि माई सफाई हो जाए ओदे ते मैला मूला फेंक देनी ओदी बाद फिर फीड ही ते या मतलब है साइलेज वाइबादी वाला कोई रेंज कोई नहीं बिल्कुल। और मज्जी तोड़ियां अखी शक्की जो भी साफ ने जिस्म जो भी माशाल्लाह फिट जी अल्हम्दुलिल्लाह बिल्कुल। एक चीज जेड़ी है ना वो असि वाकई डेली बेस ते रहने मतलब मीठा सोडा जेड़ा ना वो 100 ग्राम तकरीबन छोटे बड़े हर जानवर नु देते टोटल एनिमल मीठा सोडा जी। मीठे सोडे दी माशाल्लाह फायदे भी बहुत है। दोस्तों ये पुराना जेड़ा ट्रेडिशनल तरीका सीगा, ट्रेडिशनल शेड सीगा, ए तुसी देख सकदे हो दी हाइट जेड़ी है बाहर खड़े असी छत ਨੂੰ ਹੱਥ ਲੱਗ ਰਿਹਾ ਸਾਡਾ ਆਸਾਨੀ ਦੇ ਨਾਲ। ਅਗਰ ਅੰਦਰ ਚਲੇ ਜਾਈਏ ਤਕਰੀਬਨ 1 ਫੁੱਟ ਥੱਲੇ ਜਿਹੜਾ ਨਾ ਉਹ ਨੀਵਾ ਫਰਸ਼ ਲੱਗਿਆ ਹੋਇਆ ਹੈ। ਅੱਛਾ, ਇਸ ਫਾਰਮ ਦੇ ਉੱਤੇ ਤੁਹਾਨੂੰ ਮੇਰਾ ਖਿਆਲ ਹੈ ਮਸਾਇਲ ਦਾ ਸਾਹਮਣਾ ਵੀ ਜ਼ਿਆਦਾ ਕਰਨਾ ਪੈ ਰਿਹਾ ਹੋਵੇਗਾ। ਬਹੁਤ ਜ਼ਿਆਦਾ ਮਸਾਇਲ ਦਾ ਸਾਹਮਣਾ ਕਰਨਾ ਪਾ ਰਿਹਾ ਹੈ। ਤੁਸੀਂ ਹੁਣ ਦੇਖ ਰਹੇ ਹੋ ਨਾ ਕਿ ਮਤਲਬ ਜਾਨਵਰ ਕਾਫੀ ਨੇ ਤੇ ਜਗ੍ਹਾ ਬਿਲਕੁਲ ਤੰਗ ਹੈ। ਉਹਦੀ ਵਜ੍ਹਾ ਨਾਲ ਇੱਕ ਸਭ ਤੋਂ ਵੱਡੀ ਸਫਾਈ ਦੀ ਪ੍ਰੋਬਲਮ ਆ ਰਹੀ ਹੈ, ਫਿਰ ਫੀਡਿੰਗ ਦੀ ਪ੍ਰੋਬਲਮ ਆ ਰਹੀ ਹੈ। ਮਤਲਬ ਫੀਡਿੰਗ ਏਰੀਆ ਬਿਲਕੁਲ ਥੋੜਾ ਹੈ ਤੇ ਉਹਦੇ ਵਿੱਚ ਜਾਨਵਰ कुछ इधर कड्डे ने कुछ इधर कड्डे ने मतलब उन्हें फीडिंग कर रही है फिर इधर वालियां ने करनी वो बहुत ज्यादा यानी कि मुश्किलात दा सामना करना बहुत ज्यादा मुश्किलात दा। ये ਤੁਹਾਡੇ ਕੋਲ ਪੁਰਾਣਾ ਸ਼ੈਡ ਹੈ ਤੇ ਵਿੱਚ ਪਿੱਛੇ ਦਿਖਾਇਆ ਜਰਾ ਇਹ ਵੀ ਕੁਝ ਜਾਨਵਰ ਬਣੇ ਨੇ ਇਹ ਸਾਰੀ ਜਾਨਵਰ ਖਿਲ ਰਹੇ ਨੇ ਸਾਰੇ। ਹਾਂ ਜੀ, ਇਹ ਸਾਰੀ ਵਜੂਹਾਤ ਦੇ ਅੰਦਰ ਤੁਹਾਡੇ ਕੋਲ ਇੱਕੋ ਜਗ੍ਹਾ ਤੇ ਸਾਰੇ ਮੈਨੇਜ ਹੋ ਜਾਣਗੇ। ਸਾਰੀ ਵਜੂਹਾਤ ਤੋਂ ਬਚਣੇ ਵਾਸਤੇ ਜਿਹੜਾ ਨਾ ਉਸ ਪਾਸੇ ਅਸੀਂ ਮਤਲਬ ਗੁੱਡ। ਆਓ ਜਰਾ ਅੰਦਰ ਕੋ ਗਾਵਾਂ ਆਪਣੀਆਂ ਚਾਂਦੇ ਕਿ ਦਿਖਾਓ ਜਿਹੜੀਆਂ 35-40 ਲੀਟਰ ਵਾਲੀਆਂ ਨੇ। इस गां का की स्टेटस है, बारे थोड़ा दसो। यह गां माशाल्लाह जनाब इन हो गए तकरीबन 3 महीने सोई है ते इहदे कोल इस टाइम जेड़ा ना वो 32 तो 33 प्लस है माशाल्लाह जी। और अगर यही गां तुहाडे उस शेड च मुंतकिल हो जाती है ना ते इन्हें कम से कम 8 तो 10 लीटर का जंप देना इंशाअल्लाह ताला। इत्थे हालात साडे जेडे फार्म दे बिल्कुल देख रहे हो सफाई दा निजाम बाकी सारा मतलब है। और अगर फार्म ते सफाई नहीं है ते फिर बीमारियां जेडियां ने वो भी ने ते जानवर बीमारी बहुत ज्यादा आम होंदी है मतलब क्योंकि प्लान भी प्रॉपर तरीके नाल इत्थे चीज़ां मैनेज नहीं हो सकदियां। इत्थे गां ने इत्थे पक्की जगह ते बहना है उत्थे जां गां ने जदों बंकरां च या क्यूबिकल च बह के रेत दे उत्ते घंटा डेढ़ जुगाली कर लई ना उस घंटे डेढ़ च जेड़ा दुध बनाना ना जुगाली च इत्थे नहीं बना सकदे बिल्कुल इस तरह ही। गां ते गंदगी या चिक्कड़ पसंद ही नहीं करदी, गां पसंद करदी है सुथरा माहौल बहन वास्ते जी। अच्छा जी, यह गावां तुहाडी मिल्किंग 3 टाइम चवाई हो रही है जी? इन्हां दी 3 टाइम चवाई हो रही है। जेड़ियां अच्छियां मतलब दुध वालियां गावां ने 3 टाइम करी दी है, बाकी कुछ नॉर्मल जेड़ियां ने उन्हां ने 2 टाइम करी दी। ओके, दूसरियां उधर गावां ने जी? ये सारी तुहाडी होम ब्रीड है, घर दीयां नस्लां ने या बाहरों भी कोई जानवर कुछ परचेज कीते ने? ज्यादातर वैसे होम ब्रीड है। होम ब्रीड है माशाल्लाह। गावां दा वजन तुहाडे कोल ठीक है, आम फार्मर नालों गावां वजन च अच्छियां ने। अच्छा, गावां नूं खुराक कितनी खिलांदे हो तुसीं वंडे दी शक्ल च? साइलेज वगैरह भी दिंदे हो? अपनी फीड प्लान जेड़ा तुहाडा है रूटीन दा वो भी नाल शेयर करो सर। जेड़ा फीड प्लान है ना साडा वंडे दा ਉਹ ਤੇ ਅਸੀਂ ਜਿਸ ਹਿਸਾਬ ਦਾ ਗਾਂ ਕੋਲ ਦੁੱਧ ਦੇ ਉਸ ਹਿਸਾਬ ਨਾਲ ਮਤਲਬ ਉਹਨੂੰ ਵੰਡਾ ਦੇ ਰਹੇ ਹਾਂ। ਠੀਕ ਹੈ ਵੰਡਾ ਅਸੀਂ ਡੇਰੀ ਲੈਕ ਦਾ 22 ਨੰਬਰ ਇਸਤੇਮਾਲ ਕਰ ਰਹੇ ਹਾਂ। ਪਹਿਲੇ 18 ਕਰਦੇ ਸਾਂ, ਹੁਣ ਅਸੀਂ 22 ਤੇ ਚਲੇ ਗਏ ਹਾਂ। ਓਕੇ ਠੀਕ ਹੈ, ਉਹਦੇ ਵਿੱਚ ਸਾਨੂੰ ਮਤਲਬ ਅਸਾਂ ਉਹਦੀ ਮੈਨੇਜਮੈਂਟ ਕੀਤੀ ਹੈ ਲੇਕਿਨ ਅਲਹਮਦੁਲਿਲਾ ਉਹਦੇ ਵਿੱਚ ਫਿਰ ਪ੍ਰੋਫਿਟ ਆ ਰਹੀ ਹੈ। ਓਕੇ, ਯਾਨੀ ਕਿ ਰੇਟ ਬੇਸ਼ੱਕ ਵੱਧ ਹੈ ਵੇ ਲੇਕਿਨ ਉਹਦੇ ਵਿੱਚ ਫਿਰ ਅਸੀਂ ਬਿਹਤਰੀ ਵੱਲ ਗਏ ਹਾਂ। ਦੁੱਧ ਮਜ਼ੀਦ ਬਿਹਤਰ ਹੋਇਆ, ਸਾਡਾ ਪ੍ਰੋਫਿਟ ਜ਼ਿਆਦਾ ਹੋ ਗਿਆ, ਉਹ ਬਿਹਤਰ ਹੈ। ओके ते बाकी जेड़ा है वो मतलब अजे फिर क्रॉस ही ब्रीड है साडे कोल, यानी कि इंपोर्टेड वाली साइड ते मतलब जो हुण अगे शेड वाल जा रहे हैं फिर इंशाल्लाह ताला विच इंपोर्टेड ब्रीड ते जावांगे। अच्छा, ਇਹਦੇ ਚ ਇੱਕ ਵੰਡਾ ਖਿਲਾ ਰਹੇ ਹੋ, ਵੰਡਾ ਦੁੱਧ ਦੇ ਹਿਸਾਬ ਨਾਲ ਦੇ ਰਹੇ ਹੋ 3 ਕਿਲੋ ਦੁੱਧ ਤੇ 1 ਕਿਲੋ ਜਾਂ ਕੋਈ ਹੋਰ ਪਲਾਨ ਹੈ ਇਹਦੇ ਚ? ਨਹੀਂ, ਸਾਡਾ ਇਹ ਵੇ ਕਿ ਅਸੀਂ ਜਿਹੜੀਆਂ ਤਕਰੀਬਨ 6-7 ਗਾਵਾਂ ਨਾਲ ਸਾਡੇ ਕੋਲ 3 ਟਾਈਮ ਚਵਾਈ ਵਾਲੀਆਂ ਇੱਥੇ ਆਓ ਤੁਸੀਂ ਉਹ ਤੇ ਉਹ
ਤੁਸੀਂ ਦੇਖ ਰਹੇ ਹੋ, ਬਲਕਿ ਗਾਂ ਇੱਥੇ ਵੀ ਵੰਡਾ ਖਾ ਰਹੀ ਹੈ, ਜਦੋਂ ਇੱਥੋਂ ਚੁਆਈ ਹੋ ਕੇ ਉਹਦੀ ਉੱਥੇ ਚਲੀ ਗਈ ਹੈ ਫਿਰ ਉੱਥੇ ਵੀ ਖਾ ਰਹੀ ਹੈ। ਯਾਨੀ ਕਿ ਉਹ ਆਪਣੀ ਮਰਜ਼ੀ ਨਾਲ ਵੰਡਾ ਖਾ ਰਹੀਆਂ, ਜਿਤਨਾ ਕੋ ਖਾ ਸਕਦੀਆਂ। ਠੀਕ ਹੈ, ਉਹਨਾਂ ਦਿੱਕਤ ਕੋਈ ਨਹੀਂ। ਠੀਕ ਹੈ, ਮਤਲਬ ਅੰਦਾਜ਼ਨ ਵੰਡਾ ਜਿਹੜਾ ਤੁਸੀਂ ਜਾਨਵਰ ਨੂੰ 10 ਕਿਲੋ ਪੈ ਜਾਂਦਾ। ਅਗਰ ਉਹਦੇ ਕੋਲ 30 ਲੀਟਰ ਦੁੱਧ ਹੈ ਨਾ ਤੇ ਉਹ 10 ਤੋਂ 12 ਲੀਟਰ ਕੇਜੀ ਵੰਡਾ ਖਾ ਰਹੀ ਹੈ। ਨਾਲ ਉਹਦੇ ਇਲਾਵਾ ਕੀ ਦੇ ਰਹੇ ਹੋ? ਸਬਜ਼ਾ ਚਾਰਾ ਦੇ ਰਹੇ ਹੋ, ਸਾਇਲੇਜ ਦੇ ਰਹੇ ਹੋ? ਸਾਇਲੇਜ ਦੇ ਰਹੇ ਹਾਂ। ਸਬਜ਼ਾ ਚਾਰਾ ਬਿਲਕੁਲ ਜਨਾਬ ਮਨਾ ਹੈ ਸਾਡੇ ਵਾਸਤੇ, ਮਤਲਬ 6-7 ਸਾਲ ਹੋ ਗਏ ਨਾ ਤਾਂ ਬਿਲਕੁਲ ਟਿਕਾਇਆ ਹੀ। ਤੇ ਤੂੜੀ ਵਗੈਰਾ ਨਾਲ ਐਡ ਕਰਦੇ ਹੋ? ਨਹੀਂ, ਕੋਈ ਤੂੜੀ ਨਹੀਂ, ਖਾਲੀ ਸਾਇਲੇਜ ਔਰ ਵੰਡਾ। ਨਾਲ ਜਾਨਵਰ ਦੇ ਮਜ਼ੀਦ ਪ੍ਰੋਟੋਕੋਲ ਪੂਰੇ ਕਰਨ ਵਾਸਤੇ ਕੋਈ ਮਿਨਰਲ ਇਹ ਉਹ ਚੀਜ਼ਾਂ? ਹਾਂ, ਪ੍ਰੋਟੋਕੋਲ ਕਰਨ ਵਾਸਤੇ ਮਤਲਬ ਮਿਨਰਲ ਦੇ ਰਹੇ ਹਾਂ। ਉਸ ਤੋਂ ਬਾਅਦ ਆਪਣਾ ਇਹ ਕਾਸਟਿਕ ਸੋਡਾ ਜਾਂ ਫਿਰ ਔਜ਼ੀਏ ਪਾਣੀ ਵਾਲੀ ਇਹਦੇ ਵਿੱਚ ਚੂਨਾ ਇਸਤੇਮਾਲ ਕਰ ਰਹੇ ਹਾਂ। ਮਿੱਠਾ ਸੋਡਾ ਆਲਰੇਡੀ ਅਸੀਂ 100 ਗ੍ਰਾਮ ਤਕਰੀਬਨ ਜਿਹੜਾ ਨਾ ਉਹ ਡੇਲੀ ਦਾ ਦੇ ਰਹੇ ਹਾਂ ਹਰ ਜਾਨਵਰ ਨੂੰ। ਇਸ ਤੋਂ ਇਲਾਵਾ 100 ਗ੍ਰਾਮ ਜਿਹੜਾ ਹੈ ਉਹ ਆਪਣੀ ਸਰਸੋਂ ਦਾ ਤੇਲ ਦੇ ਰਹੇ ਹਾਂ, ਉਹ ਵੀ ਤਕਰੀਬਨ ਹਰ ਜਾਨਵਰ ਨੂੰ ਦੇ ਰਹੇ ਹਾਂ। ਮਾਸ਼ਾਅੱਲਾ। ਉਹਦੇ ਨਾਲ ਇਹ ਵੇ ਕਿ ਤੁਹਾਡੀ ਇੱਕ ਜਾਨਵਰਾਂ ਦੀ ਜਿਸਾਮਤ ਜਿਹੜੀ ਉਹ ਮਾਸ਼ਾਅੱਲਾ ਫਿੱਟ ਰਹਿੰਦੀ ਹੈ। ਦੂਸਰਾ ਜਿਹੜਾ ਉਹ ਆਟੋਮੈਟਿਕ ਖਰਚਾ ਇਹਨਾਂ ਵਿੱਚੋਂ ਹੀ ਮਤਲਬ ਨਿਕਲਦਾ। ਅੱਛਾ, ਥੋੜਾ ਜਿਹਾ ਸਾਡੇ ਜਿਹੜੇ ਟ੍ਰੈਡੀਸ਼ਨਲ ਫਾਰਮਰ ਨੇ, ਕਿਉਂਕਿ ਤੁਸੀਂ ਵੀ ਹੁਣ ਟ੍ਰੈਡੀਸ਼ਨਲ ਤੋਂ ਹੀ ਅੱਗੇ ਜਾਣਾ ਚਾਹ ਰਹੇ ਹੋ, ਉਹਨਾਂ ਫਾਰਮਰਾਂ ਵਾਸਤੇ ਕੀ ਤੁਹਾਡੇ ਜ਼ਿਹਨ 'ਚ ਪਲਾਨ ਹੈ ਕਿ ਤੁਸੀਂ ਮਾਲ ਨੂੰ ਕਿੰਨਾ ਕੁ ਮੂੰਹ ਫੜ ਕੇ ਮਸਾਲੇ ਦਿੰਦੇ ਹੋ? ਉਹਨਾਂ ਫਾਰਮਰਾਂ ਨੂੰ ਦੇਣੇ ਚਾਹੀਦੇ ਨੇ, ਨਹੀਂ ਦੇਣੇ ਚਾਹੀਦੇ? ਤੁਸੀਂ ਆਪਣੇ ਫਾਰਮ ਤੇ ਜੋ ਚੀਜ਼ ਅਪਲਾਈ ਕਰਦੇ ਹੋ ਮਸਾਲਿਆਂ ਦੇ ਰਿਲੇਟਡ? ਸਾਡੇ ਕੋਲ ਤੇ ਮਤਲਬ ਹੁਣ ਇਸ ਟਾਈਮ ਮਾਸ਼ਾਅੱਲਾ ਛੋਟੇ ਬੜੇ ਜਿਹੜੇ ਨੇ ਉਹ 67 ਜਾਨਵਰ ਨੇ। ਠੀਕ ਹੈ, 67 ਜਾਨਵਰ ਨੂੰ ਤੁਸੀਂ ਮਤਲਬ ਹਰ ਜਾਨਵਰ ਦਾ ਮੂੰਹ ਫੜ ਕੇ ਤੁਸੀਂ ਨਹੀਂ ਦੇ ਸਕਦੇ। ਉਹਦੇ ਵਾਸਤੇ ਪਲਾਨ ਸਾਡਾ ਤੇ ਹੀ ਹੈ ਕਿ ਜਿਸ ਤਰ੍ਹਾਂ ਫੀਡਿੰਗ ਏਰੀਆ ਉਹਦੇ ਵਿੱਚ ਮਤਲਬ ਸਾਇਲੇਜ ਪਾਈਦਾ, ਉਹਦੇ ਉੱਤੇ ਯਾਨੀ ਕਿ ਮਿੱਠਾ ਸੋਡਾ ਹੋ ਗਿਆ, ਕਾਸਟਿਕ ਵਗੈਰਾ, ਮਤਲਬ ਇਸ ਤਰ੍ਹਾਂ ਚੀਜ਼ਾਂ ਜਿਹੜੀਆਂ ਐਕਸਟਰਾ ਕੋਈ ਨਾਲ ਚਾਲ ਫੜ ਕੇ ਮਸਾਲੇ ਵਾਲਾ ਕੰਮ ਨਾਲ ਅਗਰ ਕਮੋ ਬਈ ਤੁਹਾਡੀ ਕੋਈ ਮਤਲਬ ਗਾਇ ਵਗੈਰਾ ਮਜਬੂਰਨ ਬਿਮਾਰ ਹੁੰਦੀ ਹੈ ਤੇ ਫਿਰ ਉਹਦੇ ਵਾਸਤੇ ਉਹਨੂੰ ਕੋਈ ਦੇਸੀ ਚੀਜ਼ ਦੇਣੀ ਪਵੇ। ਵੈਸੇ ਕੋਈ ਮਸਾਲਾ ਰੂਟੀਨ ਨਾਲ ਹੀ ਦਿੰਦੇ? ਨਹੀਂ, ਰੂਟੀਨ ਨਾਲ ਕੋਈ ਨਹੀਂ ਹੈ। ਤੇ ਬਾਕੀ ਮਾਸ਼ਾਅੱਲਾ ਖਾ ਜਾਂਦੀਆਂ ਵੰਡੇ ਤੇ ਫੈਂਕੋ ਤਦ ਵੀ ਖਾ ਜਾਂਦੀਆਂ। ਔਰ ਸਾਡਾ ਫਾਰਮਰ ਜਿਹੜਾ ਵੀ ਮੱਝਾਂ ਰੱਖ ਕੇ ਬੈਠਾ ਜਾਂ ਗਾਵਾਂ ਰੱਖ ਕੇ ਬੈਠਾ ਜਿਹੜਾ ਮਸਾਲਿਆਂ ਦਾ ਜ਼ਿਹਨ ਰੱਖਦਾ, ਮੈਂ ਮਸਾਲਿਆਂ ਦੇ ਖਿਲਾਫ ਨਹੀਂ ਹੈ, ਮੈਂ ਖੁਦ ਫਾਰਮਰ ਨੂੰ ਮਸਾਲੇ ਦੱਸਦਾ ਵਾਂ, ਲੇਕਿਨ ਉਹਨਾਂ ਦੇ ਕੋਲ ਮੈਂ ਚੀਜ਼ ਦੇਖੀ ਹੈ, ਕਿਸੇ ਵੀ ਜਾਨਵਰ ਦੇ ਕੋਲ ਇੰਨਾ ਵਜ਼ਨ ਨਹੀਂ ਹੈ, ਕਿਸੇ ਵੀ ਜਾਨਵਰ ਦੀ ਅੱਖ ਸਾਫ਼ ਕੋਈ ਨਹੀਂ ਹੈ, ਹਰ ਅੱਖ ਦੇ ਵਿੱਚ ਗਿੱਡ ਹੋਏਗੀ ਔਰ ਜਾਨਵਰ ਆਪਣੇ ਜਿਸਮ ਦੀ ਰੰਗਤ ਲਾਲ ਕੀਤੀ ਹੋਏਗੀ। ਇਹ ਹਰ ਹਫਤੇ 'ਚ ਇੱਕ ਦਫਾ ਮਸਾਲਾ ਲਾਜ਼ਮੀ ਦੇ ਰਹੇ ਹੋਣਗੇ। ਇੱਥੇ ਕੋਈ ਚੀਜ਼ ਵੀ ਨਹੀਂ ਹੈ, ਫਿਰ ਵੀ ਜਾਨਵਰ ਵੀ ਖੁਸ਼ ਨੇ ਔਰ ਮਾਲਕ ਵੀ ਬਗੈਰ ਟੈਨਸ਼ਨ ਤੋਂ ਖੁਸ਼ ਨੇ। ਉਹਦੀ ਸਰ ਵਜ੍ਹਾ ਸਭ ਤੋਂ ਵੱਡੀ ਇਹੀ ਹੈ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਕਿ ਜਦੋਂ ਤੁਸੀਂ ਉਹਨਾਂ ਨੂੰ ਖੁਰਾਕ ਸਹੀ ਦੇਵੋਗੇ ਨਾ, ਵੱਡਾ ਸਹੀ ਦੇਵੋਗੇ, ਖੁਰਾਕ ਸਹੀ ਦੇਵੋਗੇ, ਉਦੋਂ ਤੁਹਾਡੀਆਂ ਬਿਮਾਰੀਆਂ ਜਾਂ ਉਹਨਾਂ ਨੂੰ ਜਗ੍ਹਾ ਸਹੀ ਅਪਰੂਵਲ ਕਰੋਗੇ ਤੇ ਫਿਰ ਆਟੋਮੈਟਿਕ ਤੁਸੀਂ ਉਹਨਾਂ ਮਿਸਾਲਿਆਂ ਤੋਂ ਵੀ ਬਚੋਗੇ ਔਰ ਬਾਕੀ ਟੈਨਸ਼ਨਾਂ ਤੋਂ ਵੀ ਬਚੋਗੇ। ਬਿਲਕੁਲ, ਬਹੁਤ ਅੱਛੀ ਗੱਲ ਹੈ। ਸੋ ਮਜ਼ੀਦ ਇਨਸ਼ਾਅੱਲਾ ਨਵੀਂ ਵੀਡੀਓ ਦੇ ਨਾਲ ਮਿਲਾਂਗੇ। ਜਿਸ ਦਿਨ ਸ਼ੈੱਡ ਸਾਡਾ ਲੱਗ ਗਿਆ, ਗਾਵਾਂ ਉਧਰ ਚਲੇ ਗਈਆਂ, ਫਿਰ ਤੁਹਾਨੂੰ ਕੱਲੀ ਗਾਂ ਕੱਢ ਕੇ ਜਿਹੜਾ ਨਾ ਫਾਰਮ ਦੀ ਦਿਖਾਵਾਂਗੇ ਔਰ ਗਾਂ ਦਾ ਟੋਟਲ ਰਿਕਾਰਡ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ।